लग रहा है कि हमारे फार्मर्स बैठे हुए हैं रोड्स पे, इनकी जो विश है वो पूरी नहीं हो रही है, बहुत बुरा लग रहा है। ਨਿਆਣਾ ਜਿਹੜਾ ਉਹਦੇ ਗੋਲਕ ਦੇ ਵਿੱਚ ਪੈਸਾ ਹੋਰ ਤਾਂ ਲੈ ਕੇ ਪਾ ਦੂ, ਉਹਨੂੰ ਕੱਢੂਗਾ ਨਹੀਂ। ਅੱਜ ਨਿਆਣੇ ਇੱਥੇ ਇਹ ਸ਼ਿੰਗਾਰ ਦੇ ਵਿੱਚ ਆਪਣੀਆਂ ਗੋਲਕਾਂ ਲੈ ਕੇ ਆ ਰਹੇ ਆ। ਸਾਨੂੰ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਦੇਸ਼ ਭਗਤ ਕੌਣ ਆ, ਦੇਸ਼ ਗਦਾਰ ਕੌਣ ਆ, ਦੇਸ਼ ਵਿਰੋਧੀ ਕੌਣ ਆ? ਦੇਸ਼ ਵਿਰੋਧੀ ਆ ਮੋਦੀ ਮੀਡੀਆ, ਦੇਸ਼ ਵਿਰੋਧੀ ਇਹ ਮੋਦੀ ਦੀ ਸਰਕਾਰ। ਜਿੰਨੀਆਂ ਵੀ ਸਰਕਾਰਾਂ ਲੋਕ ਪੱਖੀ ਨਹੀਂ ਬਣੀਆਂ ਉਹ ਸਾਰੀਆਂ ਦੇਸ਼ ਵਿਰੋਧੀ ਆ। ਜਦੋਂ ਬੰਦਾ ਕਮਲਾ ਹੋ ਜਾਂਦਾ ਨਾ ਫਿਰ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ ਤੇ ਚਾਈਨਾ ਤੋਂ ਫੰਡਿੰਗ ਆਉਂਦੀ ਹੈ ਜੀ, ਪਾਕਿਸਤਾਨ ਤੋਂ ਆਉਂਦੀ। ਤੁਹਾਨੂੰ ਕਿਹੜਾ ਚਿਹਰਾ ਲੱਗਦਾ ਇਹਨਾਂ 'ਚੋਂ ਪਾਕਿਸਤਾਨ? ਛੋਟੇ ਛੋਟੇ ਬੱਚੇ ਖੇਲਦੇ ਖੇਲਦੇ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਜਿੱਦਾਂ ਦੇ ਸਾਡੇ ਲੀਡਰ ਕਰਦੇ। ਰਮਨਦੀਪ ਕੌਰ ਜੋ ਕਿ ਇੱਥੇ ਆਪਣੀ ਗੋਲਕ ਲੈ ਕੇ ਆਏ ਨੇ, ਆਪਣੀ ਜੋ ਫੰਡਿੰਗ ਸੀਗੀ, ਆਪਣੀ ਸੇਵਿੰਗ ਮਨੀ ਸੀਗੀ, ਉਹ ਇੱਥੇ ਦਿੱਤੀ ਆ ਅੰਦੋਲਨ ਦੇ ਵਿੱਚ। ਉਹਨਾਂ ਨਾਲ ਕਰਾਂਗੇ ਜ਼ਰੂਰ ਗੱਲ। ਕੀ ਨਾਮ ਆ ਬੇਟੇ? ਦਿੱਲੀ। ਨਮਨਪ੍ਰੀਤ ਕੌਰ। ਕੀ ਸੋਚ ਕੇ ਤੁਸੀਂ ਇੱਥੇ ਆਏ ਹੋ, ਜਿਹੜਾ ਇਹ ਗੋਲਕ ਦਿੱਤੀ ਸਹਿਯੋਗ ਦੇ ਰਹੇ ਹੋ? किसानों के लिए डोनेशन कर रहे हैं। ਡੋਨੇਸ਼ਨ ਕਰ ਰਹੇ ਹੋ ਤੇ ਕੀ ਲੱਗ ਰਿਹਾ ਹੈ? ਮੋਦੀ ਸਰਕਾਰ ਤਾਂ ਕਹਿ ਰਹੀ ਹੈ ਇੱਥੇ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਨੇ ਉਹ ਫੰਡਿੰਗ ਕਰਦੀਆਂ ਨੇ, ਪਰ ਅੱਜ ਤੁਸੀਂ ਵੀ ਆਏ ਹੋ। कोई बात नहीं, हम अपनी तरफ से कर रहे हैं। ਠੀਕ ਹੈ। ਹਾਂਜੀ ਹਾਂਜੀ ਵੀਰ ਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਹੈ ਕੁਲਦੀਪ ਸਿੰਘ, ਦੁਆਬਾ ਕਿਸਾਨ ਯੂਨੀਅਨ ਵਿੱਤ ਸਕੱਤਰ ਪੰਜਾਬ। ਕਿਸ ਤਰ੍ਹਾਂ ਦੇਖਦੇ ਹੋ? ਅਕਸਰ ਹੀ ਇਹ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਨੇ ਕਿ ਦੇਸ਼ ਵਿਰੋਧੀ ਤਾਕਤਾਂ ਫੰਡਿੰਗ ਕਰ ਰਹੀਆਂ ਨੇ, ਪਰ ਅੱਜ ਇੱਕ ਵੱਖਰਾ ਅਨੋਖਾ ਉਪਰਾਲਾ ਇਹ ਬੱਚਿਆਂ ਵੱਲੋਂ ਕੀਤਾ ਗਿਆ ਹੈ। ਆਪਣੀ ਜੋ ਸੇਵਿੰਗ ਮਨੀ ਸੀਗੀ ਉਹ ਦਿੱਤੀ ਗਈ ਹੈ ਅੰਦੋਲਨ 'ਚ। ਕੀ ਕहेंगे? ਦੇਖੋ ਸਰਕਾਰਾਂ ਬਖਲਾੜ ਗਈਆਂ ਨੇ ਜੀ, ਉਹਨਾਂ ਨੂੰ ਹੁਣ ਕੋਈ ਰਸਤਾ ਨਹੀਂ ਲੱਭਦਾ ਤੇ ਕਰੀਏ ਕੀ? ਤੁਸੀਂ ਇੱਦਾਂ ਕਿੱਦਾਂ ਕਹਿ ਸਕਦੇ ਹੋ ਵੀ ਜਦੋਂ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਸੰਘਰਸ਼ ਦੇ ਵਿੱਚ ਤੁਰ ਪਏ ਨੇ ਤਾਂ ਕਿੱਦਾਂ ਲੱਗਦਾ ਆ ਤੁਹਾਨੂੰ ਵੀ ਮੰਜ਼ਿਲ ਕਿਤੇ ਦੂਰ ਹੈ? ਮੰਜ਼ਿਲ ਬਿਲਕੁਲ ਨੇੜੇ ਆ। ਬੱਚੇ ਮੰਨ ਕੇ ਸੱਚੇ ਤੇ ਉਹ ਜਿਹੜਾ ਮੋਦੀ ਆਪਣੀਆਂ ਮਨ ਦੀਆਂ ਬਾਤਾਂ ਕਰੀ ਜਾਂਦਾ, ਇਹ ਬੱਚਿਆਂ ਵੱਲ ਨੂੰ ਦੇਖ ਨਹੀਂ ਰਿਹਾ ਕਿ ਬੱਚੇ ਆ ਕੇ ਇਸ ਸੰਘਰਸ਼ ਦੇ ਵਿੱਚ ਹਿੱਸਾ ਬਣ ਰਹੇ ਨੇ। ਤੇ ਇਹ ਕਿੱਦਾਂ ਹੋ ਸਕਦਾ ਕਿ ਉਹ ਫੰਡਿੰਗ ਚਾਈਨਾ ਦੇ ਲੱਗਦੇ ਨੇ ਬੱਚੇ, ਜਾਂ ਚਾਈਨਾ ਵਾਲਿਆਂ ਨੇ ਆ ਗੋਲਕਾਂ ਆ ਦਿੱਤੀ ਹੈ ਬੱਚੀ ਨੂੰ? ਔਰ ਗੋਲਕ ਦੇ ਵਿੱਚੋਂ ਜਿੰਨੀ ਵੀ ਮਾਇਆ ਨਿਕਲੀ ਹੈ ਇਹ ਸੰਘਰਸ਼ ਦੇ ਲਈ ਆਪਾਂ ਹਿੱਸਾ ਪਾ ਰਹੇ ਇਹਨਾਂ ਦਾ। ਤੇ ਇਦਾਂ ਦੀਆਂ ਐਵੇਂ ਜਦੋਂ ਬੰਦਾ ਕਮਲਾ ਹੋ ਜਾਂਦਾ ਨਾ ਫਿਰ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ ਤੇ ਚਾਈਨਾ ਤੋਂ ਫੰਡਿੰਗ ਆਉਂਦੀ ਹੈ ਜੀ, ਪਾਕਿਸਤਾਨ ਤੋਂ ਆਉਂਦੀ। ਤੁਹਾਨੂੰ ਕਿਹੜਾ ਚਿਹਰਾ ਲੱਗਦਾ ਇਹਨਾਂ 'ਚੋਂ ਪਾਕਿਸਤਾਨੀ? ਲੱਗਦਾ ਕੋਈ? ਇਹ ਤਾਂ ਐਵੇਂ ਬੇਵਜ੍ਹਾ ਗੱਲਾਂ ਆ, ਬੇਤੁਕੀਆਂ ਗੱਲਾਂ। ਉਹ ਪਾਗਲ ਹੋਇਆ ਬੰਦਾ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ। ਮੈਂ ਤਾਂ ਇਹੀ ਗੱਲ ਕਹੂੰਗਾ, ਬਹੁਤਾ ਕੁਛ ਨਹੀਂ ਕਹੂੰਗਾ, ਇਹੀ ਗੱਲ ਕਹੂੰਗਾ। ਇੱਥੇ 10-10 ਰੁਪਈਏ, 110 ਰੁਪਈਏ, 150 ਰੁਪਈਆ ਇਹ ਫੰਡਿੰਗ ਕਿਤੇ ਉਹ 100 ਰੁਪਈਆ ਕਰਨਗੇ, ਜਾਂ ਆਹ 1200 ਜਾਂ 1400 ਰੁਪਈਆ ਫੰਡਿੰਗ ਕਰਨਗੇ ਬਾਹਰ ਵਾਲੇ। ਉਹ ਤਾਂ ਸਾਡੇ ਖਾਤਿਆਂ 'ਚ ਪਾਉਣਗੇ ਪੈਸੇ। ਇਹ ਖਾਤਿਆਂ ਦੇ ਤੋਂ ਉਹਦੀ ਬਿਲਕੁਲ ਨਿਗਾਹ ਅੱਗੇ ਨੋਟਬੰਦੀ ਕਰਦੀ, ਕਦੇ ਕੁਛ ਕਰ ਦਿੱਤਾ। ਇੱਦਾਂ ਦਾ ਕੁਛ ਨਹੀਂ ਹੈਗਾ। ਕੱਲ ਜੈਨ ਸਾਹਿਬ ਵੱਲੋਂ ਤੇ ਗਰੇਵਾਲ ਸਾਹਿਬ ਵੱਲੋਂ ਮੋਦੀ ਨਾਲ ਮੀਟਿੰਗ ਕੀਤੀ ਗਈ ਆ ਤੇ ਗਰੇਵਾਲ ਦਾ ਬਿਆਨ ਆਉਂਦਾ ਹੈ ਕਿ ਉੱਥੇ ਤਾਂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸਪੋਰਟ ਆ ਉਹਨਾਂ ਨੂੰ, ਤੇ ਅੱਤਵਾਦੀ ਨੇ ਜਿਹੜੇ ਨਸਲੀ ਨੇ ਉਹ ਬੈਠੇ ਨੇ ਉੱਥੇ, ਤਾਂ ਕੋਈ ਆਗੂ ਹੀ ਨਹੀਂ ਹੈਗਾ। ਗੱਲ ਕਿਹਦੇ ਨਾਲ ਕਰੀਏ? ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਅੱਤਵਾਦੀ ਸ਼ਬਦ ਉਹ ਕਿੱਦਾਂ ਇਹਦੇ ਨਾਲ ਲਾ ਸਕਦੇ ਆ। ਅੱਤਵਾਦੀ ਕੀ ਹੁੰਦੇ? ਮੈਨੂੰ ਤਾਂ ਇਹ ਗੱਲ ਦੀ ਨਹੀਂ ਅਜੇ ਤੱਕ ਸਮਝ ਲੱਗੀ ਅੱਤਵਾਦੀ ਕੀ ਹੁੰਦੇ ਨੇ। ਤੇ ਐਵੇਂ ਬੇਤੁਕੀਆਂ ਸਵਾਲ ਕਰਦੇ ਨੇ। ਆਪਣਾ ਜਿਹੜਾ ਅਕਸ ਬਚਾਉਣੇ ਦੀ ਖਾਤਰ ਆਪਣੇ ਹੱਥ ਲਿਬੜੇ ਹੋਏ ਕਿਸੇ ਦੇ ਹੱਥ ਦੇ ਨਾਲ ਪਹੁੰਚਣੇ, ਇਹ ਕੋਈ ਬਹੁਤੀ ਸਮਝਦਾਰੀ ਦੀ ਗੱਲ ਨਹੀਂ ਹੈਗੀ। ਤੇ ਉਹ ਬਖਲਾਟ ਉਹਨੂੰ ਹੋ ਚੁੱਕੀ ਹੈ ਤੇ ਪਾਗਲ ਹੋਣਾ ਉਹਦਾ ਬਾਕੀ ਹੈ। ਤੇ ਜਿਹੜੀਆਂ ਇਦਾਂ ਦੀਆਂ ਗੱਲਾਂ ਕਰਦੇ ਨੇ, ਗਰੇਵਾਲ ਮੈਂ ਨਾਂ ਨਹੀਂ ਲੈਣਾ ਚਾਹਾਂਗਾ ਕਿਉਂਕਿ ਆਪਣੀ ਇਹ ਜ਼ਬਾਨ ਤੋਂ ਇਦਾਂ ਦੇ ਸ਼ਖਸਾਂ ਦਾ ਪਤਾ ਨਹੀਂ ਕੀ ਕਰੀ ਜਾਂਦੇ ਨੇ। ਪਿੰਡ ਉਹਦਾ ਵਿਰੋਧ ਹੋਇਆ, ਉਹਨਾਂ ਪਰ ਪਰਚੇ ਕਰਾਈ ਜਾਂਦੇ ਕਿ ਇਹ ਐਵੇਂ ਕੀ ਛੋਟੇ ਛੋਟੇ ਬੱਚਿਆਂ ਵਾਲੀਆਂ ਖੇਲਾਂ ਖੇਲਦੇ ਨੇ। ਛੋਟੇ ਛੋਟੇ ਬੱਚੇ ਖੇਲਦੇ ਖੇਲਦੇ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਜਿੱਦਾਂ ਦੇ ਸਾਡੇ ਲੀਡਰ ਕਰਦੇ ਨੇ। ਇੱਕ ਕਿਸਾਨ ਦੇ ਘਰੋਂ ਹੋ ਕੇ ਉਹ ਫਿਰ ਵੀ ਇਦਾਂ ਦੀਆਂ ਗੱਲਾਂ ਕਰ ਰਹੇ ਨੇ। ਅੱਜ ਟਾਈਮ ਸੀਗਾ ਕਿਸਾਨਾਂ ਦੇ ਨਾਲ ਖੜਨ ਦਾ, ਕਿਉਂਕਿ ਕਿਸਾਨ ਪਰਿਵਾਰ ਨਾਲ ਸੰਬੰਧਿਤ ਨੇ ਉਹ। ਦੇਖੋ ਕਿਸਾਨ ਕਹਿ ਦੇਣਾ ਬੜਾ ਸੌਖਾ ਆ ਦੇਖੋ ਬੱਚੀ ਹੈ, ਬੱਚੀ ਨੂੰ ਆਪਾਂ ਸਵਾਲ ਪੁੱਛਿਆ ਵੀ ਤੈਨੂੰ ਕੀ ਲੱਗਿਆ? ਇਹ ਬੱਚੀ ਨੂੰ ਵੀ ਪਤਾ ਆ ਜਿਹੜਾ ਅਸੀਂ ਸਵੇਰੇ ਸ਼ਾਮ ਬਿਸਕੁਟ ਜਾਂ ਕੁਛ ਵੀ ਚੀਜ਼ ਖਾਂਦੇ ਆ ਉਹ ਕਿਸਾਨ ਦੇ ਖੇਤੋਂ ਉੱਗ ਕੇ ਸਾਡੇ ਤੱਕ ਪਹੁੰਚਦਾ। ਚਾਹੇ ਕੋਈ 버ਗਰ ਹੈ, ਚਾਹੇ ਕੋਈ ਪੀਜ਼ਾ ਆ, ਉਹ ਬਣਨਾ ਕਿਸਾਨ ਦੇ ਖੇਤ ਦੇ ਵਿੱਚ ਜਿਹੜੀ ਅੰਨ ਹੈ ਉਹਦੇ ਵਿੱਚੋਂ ਬਣਨਾ। ਤੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਐਵੇਂ ਬੇਤੁਕੀਆਂ ਕਰਕੇ ਇਹ ਐਵੇਂ ਜਨਤਾ ਦਾ ਖਿਆਲ ਇੱਧਰ ਉੱਧਰ ਖਿੱਚਦੇ ਨੇ। ਕੋਈ ਗਰੇਵਾਲ ਹੈ, ਕੋਈ ਕੁਛ ਹੈ, ਆਪਣੀਆਂ ਪ੍ਰਸਿੱਧੀਆਂ ਖੱਟਣੀ ਦੇ ਲਈ ਉਲਟੇ ਸਿੱਧੇ ਬਿਆਨ ਦੇ ਦਿੰਦੇ ਨੇ। ਧੰਨਵਾਦ।
हाँ जी, ये वो बच्ची है जिसने अपनी गोलक जो ਸੇਵਿੰਗ ਮਨੀ ਸੀਗੀ ਉਹ ਕਿਸਾਨਾਂ ਨੂੰ ਦੇ ਕੇ ਮਦਦ ਕੀਤੀ ਆ ਤੇ ਅਸੀਂ ਬੀਜੇਪੀ ਦੇ ਨੁਮਾਇੰਦਿਆਂ ਨੂੰ ਜਾਂ ਮੋਦੀ ਭਗਤਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਸਾਡੇ ਬੱਚੇ ਵੀ ਇਹ ਅੰਦੋਲਨ ਨੂੰ ਸਪੋਰਟ ਕਰ ਰਹੇ ਨੇ, ਜਿਹੜੇ ਕਹਿ ਰਹੇ ਸੀਗੇ ਕਿ ਇੱਥੇ ਦੇਸ਼ ਵਿਰੋਧੀ ਤਾਕਤਾਂ ਜਾਂ ਖਾਲਿਸਤਾਨੀ ਫੰਡਿੰਗ ਕਰ ਰਹੇ ਨੇ। ਤੇ ਇਹ ਉਹ ਬੱਚੇ ਨੇ ਜੋ ਇਹ ਅੰਦੋਲਨ ਨੂੰ ਸਫਲ ਕਰਨ ਲਈ ਆਪਣੀਆਂ ਗੋਲਕਾਂ ਇੱਥੇ ਦੇ ਰਹੇ ਨੇ ਤੇ ਵੱਧ ਤੋਂ ਵੱਧ ਸਹਿਯੋਗ ਦੇ ਰਹੇ ਨੇ। ਤੇ ਆਗੂਆਂ ਦਾ ਕਹਿਣਾ ਹੈ ਜਦੋਂ ਇੰਨੇ ਕੁ ਬੱਚੇ ਸਾਨੂੰ ਇਦਾਂ ਦੇ ਸਹਿਯੋਗ ਦੇ ਰਹੇ ਨੇ ਤਾਂ ਇਹ ਅੰਦੋਲਨ ਅਸੀਂ ਜ਼ਰੂਰ ਇੱਥੋਂ ਜਿੱਤ ਕੇ ਜਾਵਾਂਗੇ। ਬੱਚੀ ਦੇ ਮਾਤਾ ਪਿਤਾ ਵੀ ਇੱਥੇ ਪਹੁੰਚੇ ਨੇ, ਉਹਨਾਂ ਨਾਲ ਕਰਾਂਗੇ ਗੱਲ, ਉਹ ਕਿਸ ਤਰ੍ਹਾਂ ਦੇਖਦੇ ਨੇ। ਹਾਂਜੀ, ਕੀ ਨਾਮ ਹੈ ਜੀ ਆਪਣਾ? ਅਮਨਦੀਪ ਕੌਰ। ਅੱਜ ਵੱਖਰਾ ਉਪਰਾਲਾ ਕੀਤਾ ਗਿਆ ਹੈ ਬੱਚੀ ਵੱਲੋਂ ਤੇ ਬੇਟੀ ਵੱਲੋਂ, ਇੱਥੇ ਆਪਣੀ ਜੋ ਪॉकेट ਮਨੀ ਸੀਗੀ ਉਹ ਦਿੱਤੀ ਗਈ ਆ, ਕਿਸ ਤਰ੍ਹਾਂ ਲੱਗ ਰਿਹਾ? ਉਹ ਬੇਟੀ ਦੀ ਇੱਛਾ ਸੀ ਆਪਣੀ ਕਿ ਮੈਂ ਵੀ ਦੇਣੀ ਆ ਆਪਣੀ ਪॉकेट ਮਨੀ, ਉੱਥੇ ਜਾ ਕੇ ਮੈਂ ਵੀ ਕੋਈ ਆਪਣੀ ਮਤਲਬ ਕਿ ਹਿੱਸਾ ਪਾਉਣਾ ਚਾਹੁੰਦੀ ਹਾਂ ਇਸ ਸੰਘਰਸ਼ ਵਿੱਚ, ਕਿਸਾਨੀ ਸੰਘਰਸ਼ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੀ ਹਾਂ, ਯੋਗਦਾਨ ਆਪਣੀ ਹਾਜ਼ਰੀ ਲਵਾਉਣਾ ਚਾਹੁੰਦੀ ਹਾਂ ਕੁਝ ਡੋਨੇਸ਼ਨ ਕਰਕੇ। ਉਹ ਕਹਿੰਦੀ ਫਿਰ ਉਹਦਾ ਇਹ ਸੋਚ ਸੀ ਕਿ ਮੈਂ ਆਪਣੀ ਬੁਗਣੀ ਦੇਣਾ ਚਾਹੁੰਦੀ ਹਾਂ ਜੀ, ਇਸ ਕਰਕੇ ਫਿਰ ਉਹਨੇ ਇਹ ਦਿੱਤੀ ਹੈ। ਪਰ ਸਰਕਾਰਾਂ ਵੱਲੋਂ ਅਕਸਰ ਕਿਹਾ ਜਾਂਦਾ ਹੈ ਇੱਥੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸਿਖਾਏ ਹੋਏ ਲੋਕ ਬੈਠੇ ਗਏ ਨੇ, ਦੇਸ਼ ਵਿਰੋਧੀ ਤਾਕਤਾਂ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ। ਅੱਜ ਬੱਚਾ ਆਇਆ ਹੈ, ਤੁਸੀਂ ਕਿਸ ਤਰ੍ਹਾਂ ਲੱਗਦਾ? ਸਰਕਾਰ ਤਾਂ ਆਪੇ ਆਤੰਕਵਾਦੀ ਹੈ, ਦੂਜਿਆਂ ਨੂੰ ਵੀ ਆਤੰਕਵਾਦੀ ਕਹਿੰਦੀ ਹੈ। ਉਹਨੂੰ ਇਹ ਨਹੀਂ ਦਿਖਦਾ ਪਿਆ ਇੱਥੇ ਕਿਸਾਨ ਬੈਠੇ ਨੇ ਸਾਰੇ, ਆਤੰਕਵਾਦ ਤਾਂ ਹੈ ਨਹੀਂ ਕੋਈ। ਇਹ ਫਾਰਮਰ ਹਨ ਸਾਰੇ, ਇਹੀ ਮਤਲਬ ਕਿ ਬੀਜ ਉਗਾਉਂਦੇ ਨੇ, ਖਾਣਾ ਉਗਾਉਂਦੇ, ਸਭ ਕੁਝ ਇਹੀ ਕਰਦੇ ਨੇ। ਜੇ ਇਹ ਹੀ ਨਹੀਂ ਹੋਣਗੇ ਤਾਂ ਫਿਰ ਸਿਖਾਵਾਂਗੇ ਕਿੱਥੋਂ? ਇਹ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ। ਹੁਣ ਉਹਨਾਂ ਨੂੰ ਕਾਲੇ ਕਾਨੂੰਨ ਰੱਦ ਵੈਸੇ ਕਰ ਦੇਣੇ ਚਾਹੀਦੇ ਨੇ। ਇੰਨਾ ਲੰਬਾ ਸੰਘਰਸ਼ ਹੋ ਗਿਆ, 45 ਦਿਨ ਹੋ ਗਏ, 47 ਦਿਨ ਹੋ ਗਏ ਅੱਜ ਬੈਠੇ ਹੋਏ ਇਹਨਾਂ ਨੂੰ ਇੱਥੇ, ਇੰਨੀ ਠੰਡ ਵਿੱਚ ਜੂਝ ਰਹੇ ਨੇ, ਕਿੰਨੀਆਂ ਮੌਤਾਂ ਹੋ ਰਹੀਆਂ ਨੇ, ਕਿੰਨੇ ਕਿਸਾਨ ਮਾਰ ਰਹੇ ਨੇ ਰੋਜ਼। ਹੁਣ ਹੀ ਅਸੀਂ ਇੱਕ ਨਿਊਜ਼ ਦੇਖੀ ਸੀ, ਉੱਥੇ ਹੁਣ 23 ਸਾਲਾਂ ਦਾ ਮੁੰਡਾ ਮਰ ਗਿਆ ਰਸਤੇ ਵਿੱਚ, ਅਟੈਕ ਨਾਲ ਹੋ ਗਿਆ, ਉਹਨੂੰ ਵੀ ਉਹ ਵੀ ਮਰ ਗਿਆ। ਕੀ ਬੀਤ ਰਹੀ ਹੋਗੀ ਉਹਨਾਂ ਦੀ ਮਾਵਾਂ ਤੇ, ਜਵਾਨ ਮੁੰਡੇ ਪੂਰੇ ਹੋ ਰਹੇ ਨੇ। ਇਹ ਇੱਕ ਸਰਕਾਰ ਨੂੰ ਕੁਝ ਨਹੀਂ ਦਿਖਾਈ ਦਿੰਦਾ, ਮੋਦੀ ਦਾ ਅੰਨਾ ਹੋ ਗਿਆ ਬੈਠਾ ਹੋਇਆ। ਕੱਲ ਨੂੰ ਤੁਹਾਡੇ ਤੇ ਵੀ ਕੋਈ ਇਦਾਂ ਦੀ ਗੱਲ ਕੀਤੀ ਜਾ ਸਕਦੀ ਹੈ ਵੀ ਤੁਸੀਂ ਵੀ ਕੋਈ ਦੇਸ਼ ਵਿਰੋਧੀ ਤਾਕਤਾਂ ਤੋਂ ਫੰਡਿੰਗ ਲੈ ਕੇ ਇੱਥੇ ਕੀਤੀ ਹੈ? ਕਰਨ ਦੋ, ਸਾਨੂੰ ਕੋਈ ਡਰ ਨਹੀਂ, ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ। ਸਾਡਾ ਗੁਰੂ ਨਾਨਕ ਦੇਵ ਜੀ ਸਾਡੇ ਨਾਲ ਨੇ, ਸਾਨੂੰ ਕੋਈ ਕਿਸੇ ਡਰ ਨਹੀਂ। ਜੀ ਜੀ। ਹਾਂਜੀ, ਬੱਚੀ ਵੀ ਡੈਡੀ ਹੈ ਜੀ ਤੁਸੀਂ? ਹਾਂਜੀ, ਦਾਦਾ ਨੇ। ਦਾਦੂ ਜੀ। ਹਾਂਜੀ, ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਇਹ ਮੋਦੀ ਮੀਡੀਆ ਤੇ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਵੀ ਦੇਸ਼ ਵਿਰੋਧੀ ਤਾਕਤਾਂ ਇੱਥੇ ਫੰਡਿੰਗ ਕਰ ਰਹੀਆਂ ਨੇ, ਪਰ ਅੱਜ ਬੱਚਿਆਂ ਵੱਲੋਂ ਵੀ ਇੱਥੇ ਫੰਡਿੰਗ ਕੀਤੀ ਜਾ ਰਹੀ ਆ, ਜੋ ਆਪਣੀ ਗੋਲਖਾ ਜੋ ਆਪਣੀ पॉकेट मनी है वो दी जा रही है? देखो जी, मोदी मीडिया तो ऐसे बोलेगा, वो तो मानने वाला नहीं है। बाकी मोदी सरकार के वो मंग करांगे कि साड़ियाँ मंगा किसानों दी मनिया जान, किसान राशि खुशी अपने घर पहुँचे। बच्चे किस तरह लगे किसान सड़कों पर बैठे ने ते सरकारां कह रही ने इन्हों देश विरोधी ताकतां फंडिंग कर रही ने, पर अज तुसी भी इत्थे सहयोग दिता है, किस तरह लग रहा है इत्थे आके? बहुत बुरा लग रहा है कि हमारे फार्मर्स बैठे हुए हैं रोड्स पे, इनकी जो विश है वो पूरी नहीं हो रही है, बहुत बुरा लग रहा है। और क्या कहोगे आप मोदी सरकार को, क्या कहोगे? गंदी मीडिया है। हाँ जी, की नाम है जी अपना? संतोख सिंह संधू। मैं संतोख सिंह संधू, सूबा कमेटी मैंबर किरती किसान यूनियन। और असी जिहड़ी ये लोक लहर पंजाब चों लैके चले सी, अज पूरे भारत ने विश्व दे विच लोक लहर बन गए। ये लोक लहर जिहड़ी और लोकां दी लहर आ, जिहड़ी आ दिल्ली सरकारां बैठियां, पंजाब सरकारां बैठियां, लोकां दी सरकारां नहीं है, ये कारपोरेटां दी सरकारां आ जिहड़ा मतलब आ लोकां दी लहर आ, लोक लहर आ जिहने इन्हां दा सारा कुछ इन्हां नूं राहे पाउणा। क्योंकि वोटां नाल असीं इन्हां लोकां नूं राहे नहीं पा सकदे, वोटां नाल मिशन नाल लिया के रख दियां। वोट बटन ਤੁਸੀਂ ਕਿਸੇ ਦਾ ਦੱਬਦੇ, ਵੋਟ ਭਾਜਪਾ ਨੂੰ ਜਾਂਦੀ ਆ। ਤੁਸੀਂ ਕਿਵੇਂ ਇਹਨਾਂ ਨੂੰ ਜਿੱਤ ਸਕਦੇ ਆ? ਅਸੀਂ ਜੇ ਜਿੱਤ ਸਕਦੇ ਇਹਨਾਂ ਨੂੰ ਲੋਕ ਲਹਿਰ ਬਣਾ ਕੇ ਜਿੱਤ ਸਕਦੇ ਆ, ਔਰ ਲੋਕ ਲਹਿਰ ਬਣ ਰਹੀ ਆ। ਅਸੀਂ ਪੰਜਾਬ ਦੇ ਵਿੱਚੋਂ ਸਾਡੀ ਕਿਰਤੀ ਕਿਸਾਨ ਯੂਨੀਅਨ ਜਿਹੜੀ ਆ 4 ਅਪ੍ਰੈਲ ਦੀ ਤੁਰੀ ਆ, ਜਦੋਂ ਇਹਨਾਂ ਨੇ 23 ਤਰੀਕ ਨੂੰ ਲੋਕਾਂ ਦੇ ਮੂੰਹ ਦੇ ਉੱਤੇ ਬੰਨ ਕੇ ਛੁਕਲੀਆਂ, ਲੋਕਾਂ ਦੇ ਮੂੰਹ ਬੰਨ ਕੇ ਇਹਨਾਂ ਨੇ ਮਤਲਬ ਕਹਿਤਾ ਵੀ ਇਹ ਕਰੋਨਾ ਆ ਗਿਆ, ਕਰੋਨਾ ਆ ਗਿਆ। ਤੁਸੀਂ ਦੇਖ ਲਓ ਵੀ ਇੰਨੀ ਜ਼ਹਿਰ ਵੀ ਦਿੱਤੀ ਵੀ ਨਿਆਣੇ। ਇੱਕ ਲੁਧਿਆਣੇ ਦੇ ਵਿੱਚ ਜਿਹੜੀ ਉਹ ਟੀਚਰ ਸੀ, ਉਹਦਾ ਸੰਸਕਾਰ ਮਤਲਬ ਹੋਇਆ, ਉਹਦੇ ਬੱਚੇ ਵੀ ਲਾਗੇ ਨਹੀਂ ਉਹਦੇ ਗਏ। ਇਦਾਂ ਦੀ ਜ਼ਹਿਰ ਬੀਜ ਦਿੱਤੀ ਵੀ ਕੋਈ ਵੀ ਬੰਦਾ ਵੀ ਲੈ ਜਿਹੜਾ ਉਹਦੇ ਚਲੇ ਗਿਆ ਕਰੋਨਾ ਨੇ ਚੁੰਬੜ ਜਾਣਾ। ਕਿੱਥੇ ਆ ਕਰੋਨਾ, ਸਾਨੂੰ ਦੱਸੋ। ਪੰਜਾਬ ਦੇ ਵਿੱਚੋਂ ਕਰੋਨਾ ਅਸੀਂ ਭਜਾਇਆ, 20-20 ਹਜ਼ਾਰ ਦੇ ਇਕੱਠ ਕੀਤੇ, ਹਰਿਆਣੇ 'ਚੋਂ ਆ ਕੇ ਕਰੋਨਾ ਕੱਢਿਆ, ਦਿੱਲੀ 'ਚੋਂ ਕੱਢਣ ਜਾ ਰਹੇ ਆ, ਕਰੋਨਾ ਹੈ ਹੀ ਨਹੀਂ। पर सरकार तो कह रही है देश विरोधी ताकतां फंडिंग कर रही ने, तां बैठे हो रहे। देखो तुसी नौजवानों, तुसी आ देख लो,
ਇਹ ਬੱਚੇ ਜਿਹੜੇ ਦੇਸ਼ ਵਿਰੋਧੀ ਹੋ ਗਏ। ਜੇ ਅੱਜ ਇਹ ਆਪਣੀਆਂ ਗੋਲਕਾਂ ਲੈ ਕੇ ਆ ਰਹੇ ਆ, ਇਹ ਦੇਸ਼ ਵਿਰੋਧੀ ਆ, ਇਹ ਦੇਸ਼ ਭਗਤ ਆ। ਸਾਨੂੰ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਦੇਸ਼ ਭਗਤ ਕੌਣ ਆ, ਦੇਸ਼ ਗਦਾਰ ਕੌਣ ਆ, ਦੇਸ਼ ਵਿਰੋਧੀ ਕੌਣ ਆ? ਦੇਸ਼ ਵਿਰੋਧੀ ਆ ਮੋਦੀ ਮੀਡੀਆ, ਦੇਸ਼ ਵਿਰੋਧੀ ਇਹ ਮੋਦੀ ਦੀ ਸਰਕਾਰ। ਜਿੰਨੀਆਂ ਵੀ ਸਰਕਾਰਾਂ ਲੋਕ ਪੱਖੀ ਨਹੀਂ ਬਣੀਆਂ ਉਹ ਸਾਰੀਆਂ ਦੇਸ਼ ਵਿਰੋਧੀ ਆ, ਕਿਉਂਕਿ ਸਾਡੀ ਸਰਕਾਰ ਜਿਹੜੀ ਆ ਦਲਾਲ ਸਰਕਾਰ ਆ। ਕਿਉਂਕਿ ਇਹ ਸਰਕਾਰ ਇਹਨੂੰ ਕਹਿ ਸਕਦੇ ਦਲਾਲ ਸਰਕਾਰ ਆ। ਇਹ ਵਿਦੇਸ਼ੀ ਕੰਪਨੀਆਂ ਤੋਂ, ਕਾਰਪੋਰੇਟ ਘਰਾਣਿਆਂ ਤੋਂ ਕਮਿਸ਼ਨ ਲੈਂਦੇ। ਕਮਿਸ਼ਨ ਲੈ ਕੇ ਇਲੈਕਸ਼ਨਾਂ ਲੜਦੇ ਆ। ਇਲੈਕਸ਼ਨਾਂ ਲੈ ਕੇ ਫਿਰ ਉਹਨਾਂ ਦੇ ਹੱਕ ਦੀ ਜਿਹੜੀ ਆ ਆਵਾਜ਼ ਬੁਲੰਦ ਕਰਦੇ, ਲੋਕਾਂ ਦੀ ਨਹੀਂ। ਦੇਖੋ ਇਹ ਨਹੀਂ ਸਾਡੇ ਸਕੂਲ ਖੋਏ, ਸਾਡੇ ਹਸਪਤਾਲ ਖੋਏ, ਸਾਡੀਆਂ ਰੇਲਾਂ ਖੋਈਆਂ, ਸਾਡੇ ਸਾਰੇ ਦਾ ਬਿਜਲੀ ਬੋਰਡ ਸਾਡਾ ਖੋਇਆ, ਸਾਰੇ ਹੀ ਮਹਿਕਮੇ ਨਹੀਂ ਸਾਡੇ ਖੋ ਕੇ ਅੱਜ ਇਹ ਜਿਹੜੇ ਆ ਮਤਲਬ ਇੱਕ ਸਾਡੇ ਕੋਲ ਜ਼ਮੀਨ ਬਚੀ ਸੀ ਜਿਹਦੇ ਕਰਕੇ ਅਸੀਂ ਮਾੜੀ ਮੋਟੀ ਰੋਟੀ ਖਾਂਦੇ, ਪਰ ਬੇਈਮਾਨਾਂ ਤੋਂ ਇਹ ਵੀ ਨਹੀਂ ਬਚੀ। ਅੱਜ ਸਾਡੀ ਜ਼ਮੀਨ ਨੂੰ ਪੈ ਗਿਆ। ਜਦੋਂ ਜ਼ਮੀਨ ਨੂੰ ਪੈ ਗਿਆ ਤੇ ਅੱਜ ਲੋਕ ਉੱਠੇ ਆ। ਜਿਹੜੀ ਜਥੇਬੰਦੀਆਂ ਸਾਡੀਆਂ 1991 ਤੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਗੈਟ ਸਮਝੌਤਾ WTO ਵਿਸ਼ਵ ਵਪਾਰ ਸੰਸਥਾ ਜਿਹੜੀ ਇਹ ਲੈ ਆਂਦੀ ਆ, ਇਹ ਕਿਸਾਨਾਂ ਮਜ਼ਦੂਰਾਂ ਦੇ ਮਿਹਨਤੀ ਲੋਕਾਂ ਦੇ ਮੌਤ ਦੇ ਵਾਰੰਟ ਆ। ਸਾਡੀਆਂ ਕਿਸਾਨ ਜਥੇਬੰਦੀਆਂ ਉਦੋਂ ਦੀਆਂ ਕਹਿ ਰਹੀਆਂ ਵੀ ਮੌਤ ਦੇ ਵਾਰੰਟ ਆ। ਤੁਸੀਂ ਦੇਖੋ ਹੌਲੀ ਹੌਲੀ ਕਰਕੇ ਸਾਡਾ ਸਾਰਾ ਕੁਝ ਖੋਲਿਆ। ਜੇ ਅੱਜ ਟੀਚਰ ਭਰਤੀ ਕਰਨੇ ਠੇਕੇ ਤੇ ਕਰਨੇ ਆ, ਬਿਜਲੀ ਬੋਰਡ 'ਚ ਠੇਕੇ ਦੇ ਭਰਤੀ ਹੋਣੀਆਂ, ਰੋਡਵੇਜ਼ ਠੇਕੇ ਦੇ ਭਰਤੀ ਹੋਣੀਆਂ, ਸੜਕਾਂ 'ਚ ਠੇਕੇ ਦੇ ਭਰਤੀ ਹੋਣੀਆਂ, ਤੇ ਹੋਰ ਜਿੰਨੇ ਵੀ ਇਦਾਰੇ ਬੈਂਕਾਂ 'ਚ ਠੇਕੇ ਦੇ ਭਰਤੀ ਹੋਣੀਆਂ। ਫਿਰ ਸਰਕਾਰ ਵੀ ਠੇਕੇ ਤੇ ਲੈਣੀ ਚਾਹੀਦੀ ਹੈ ਨਾ। ਇਹ ਵੀ ਵੱਡੇ ਕਾਰੋਬਾਰ। ਫਿਰ ਅੱਖੀ ਘੱਟਾ ਸਾਡੇ ਕਿਉਂ ਪਾਉਂਦੇ ਆ? ਤਾਂ ਕਿ ਇੱਕ ਲੜਾਈ ਸਾਫ਼ ਹੋ ਜਵੇ ਵੀ ਦੇਸ਼ ਭਗਤ ਕੌਣ ਆ, ਦੇਸ਼ ਗਦਾਰ ਕੌਣ ਆ। ਸਾਡੇ ਮੁਤਾਬਕ ਜਿਹੜੀ ਸਾਡੀ ਸਮਝ ਮੁਤਾਬਕ ਦੇਸ਼ ਗਦਾਰ ਜਿਹੜੇ 4910 ਬੰਦੇ ਪਾਰਲੀਮੈਂਟ ਦੇ ਵਿੱਚ ਬੈਠੇ ਆ, ਵਿਧਾਨ ਸਭਾ 'ਚ ਬੈਠੇ ਆ, ਰਾਜ ਸਭਾ 'ਚ ਬੈਠੇ ਆ, ਔਰ ਦੇਸ਼ ਗਦਾਰ ਇਹ ਆ ਲੋਕ ਦੇਸ਼ ਭਗਤ ਆ ਜਿਹੜੇ ਆਪਣੇ ਦੇਸ਼ ਦੀ ਰਾਖੀ ਕਰਦੇ ਆ, ਮਿਹਨਤੀ ਲੋਕਾਂ ਦੀ ਰਾਖੀ ਕਰਦੇ ਆ, ਤੇ ਔਰ ਭਗਤ ਸਿੰਘ ਦੇ ਸੁਪਨੇ ਨੂੰ, ਬਾਬੇ ਨਾਨਕ ਦੇ ਸੁਪਨੇ ਨੂੰ ਅੱਜ ਅੱਗੇ ਲੈ ਕੇ ਵਧ ਰਹੇ ਆ। ਇਸ ਕਰਕੇ ਹੁਣ ਕਿਸਾਨੀ ਦੀ ਜ਼ਮੀਨ ਦੀ ਲੜਾਈ ਨਹੀਂ ਹੈਗੀ। ਹੁਣ ਜਿਹੜੀ ਸਾਡੀ ਜ਼ਮੀਰਾਂ ਦੀ, ਜਿਹੜੀ ਸਾਡੀ ਕਿਰਤ ਦੀ ਰਾਖੀ ਆ, ਚਾਹੇ ਮਜ਼ਦੂਰ ਦੀ ਲੁੱਟ ਹੁੰਦੀ ਆ, ਚਾਹੇ ਤੁਸੀਂ ਸਾਡੇ ਨੌਜਵਾਨ ਆ, ਤੁਸੀਂ ਵੀ ਪ੍ਰਾਈਵੇਟ ਅਦਾਰਿਆਂ 'ਚ ਕੰਮ ਕਰਦੇ ਆ। ਪ੍ਰਾਈਵੇਟ ਅਦਾਰਿਆਂ ਨੂੰ ਤਨਖਾਹ ਕਿੰਨੀ ਮਿਲਦੀ ਆ? 15-20 ਹਜ਼ਾਰ, ਵੱਧ ਤੋਂ ਵੱਧ ਕਿਸੇ ਨੂੰ, ਨਹੀਂ ਤਾਂ 8 ਤੋਂ 10 ਹਜ਼ਾਰ। ਅੱਛਾ 8 ਤੋਂ 10 ਹਜ਼ਾਰ ਇਹਨਾਂ ਨੂੰ ਕਿੰਨੀ ਆ? ਜਿਹੜੇ ਅਸੀਂ MLA ਬਣਾਉਨੇ ਆ, ਤੁਸੀਂ ਮਤਲਬ ਦੇਖੋ ਵੀ 75,000 ਰੁਪਈਆ ਪੈਨਸ਼ਨ 'ਤੇ ਲੋੜਾ ਪੈ ਗਿਆ। 7,45,000 ਹੁਣ ਤਾਂ ਤੁਹਾਡੇ ਜਿਹੜੇ ਤੁਸੀਂ ਫੋਨ ਤੋਂ ਕੱਢ ਸਕਦੇ ਸਾਰਾ ਕੁਝ ਵੀ ਕਿੰਨਾ ਇੱਕ MLA ਲੈ ਰਿਹਾ। ਮੇਰੇ ਖਿਆਲ ਵੀ ਇੱਕ ਮੈਂ ਉਹ ਦੇਖਿਆ ਸੀ ਸਰਚ ਕਰਕੇ ਵੀ ਇੱਕ MLA 7,45,000 ਰੁਪਈਆ ਮਹੀਨੇ ਦਾ ਸਾਡੀਆਂ ਜੇਬਾਂ 'ਚੋਂ ਕੱਢ ਰਿਹਾ ਯਾਰ। ਇਮਾਨਦਾਰੀ ਜੇ ਉਹ MLA ਚਿੱਟਾ ਨਾ ਵੇਚੇ, ਉਹ MLA SHO ਤੋਂ ਪੈਸੇ ਨਾ ਲਵੇ, ਉਹ ਬਿਜਲੀ ਬੋਰਡ ਦੇ STO ਤੋਂ ਪੈਸੇ ਨਾ ਲਵੇ, ਉਹ ਸੜਕਾਂ ਨਾ ਖਾਵੇ, ਉਹ ਰੇਲਾਂ ਪਟੜੀਆਂ ਨਾ ਖਾਵੇ, ਤਾਂ ਮਤਲਬ 7,45,000 ਰੁਪਈਆ ਉਹਦੀ ਜੇਬ 'ਚ ਜਾਂਦਾ ਇਮਾਨਦਾਰੀ ਨਾਲ। ਪਰ ਉਹਨਾਂ ਦੇ ਪੈਸੇ ਜੇਬ 'ਚ ਜਾਂਦੇ ਨੇ, ਉਹ ਉਦੋਂ ਖੁਸ਼ ਨੇ ਜਦੋਂ ਇੱਥੇ ਕੋਈ ਫੰਡਿੰਗ ਕਰਦਾ ਉਦੋਂ ਦੇਸ਼ ਵਿਰੋਧੀ ਕਿਹਾ ਜਾਂਦਾ ਏ। ਦਲਜੀਤ ਦੋਸਾਂਝ ਨੇ ਕੀਤੀ, ਉਸ ਤੇ ਵੀ ਜਾਂਚ ਬਿਠਾ ਦਿੱਤੀ ਗਈ ਆ। ਕਿਹਾ ਜਾ ਰਿਹਾ ਦੇਸ਼ ਵਿਰੋਧੀ ਤਾਕਤਾਂ ਤੋਂ ਫੰਡਿੰਗ ਲੈ ਕੇ ਕਿਸਾਨਾਂ ਨੂੰ ਉਕਸਾ ਰਿਹਾ ਏ। ਅੱਜ ਬੱਚੇ ਆਏ ਨੇ, ਜੇ ਕੱਲ੍ਹ ਨੂੰ ਇਹਨਾਂ ਤੇ ਕੋਈ ਇਦਾਂ ਦਾ ਲੱਗ ਜੇ ਇਹਨਾਂ ਬੱਚਿਆਂ ਦੇ ਦੇਖੋ ਅਸੀਂ ਸਾਰਿਆਂ ਦੇ ਜਿਹੜਾ ਜਿੱਤੇ ਵੀ ਸਰਕਾਰ ਜ਼ਬਰ ਕਰੂਗੀ ਅਸੀਂ ਸਾਰਿਆਂ ਦੇ ਨਾਲ ਆ। ਜੇ ਕੱਲ੍ਹ ਨੂੰ ਇਹ ਪਰਿਵਾਰ ਤੇ ਵੀ ਕਰਨਗੇ ਤੇ ਅਸੀਂ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ। ਇਹ ਨਹੀਂ ਗੱਲ ਹੈਗੀ ਵੀ ਸਾਡੇ ਬੱਚਿਆਂ ਤੇ ਸਾਡੇ ਮਤਲਬ ਕਿਸੇ ਤੇ ਇਦਾਂ ਦੇ ਦੇਸ਼ ਵਿਰੋਧੀ ਜਿਹੜੇ ਆ ਐਕਟ ਲਾਗੂ ਕਰਕੇ, ਕਿਉਂਕਿ ਇਹਨਾਂ ਦੇ ਕੋਲ ਹੱਥ 'ਚ ਸਭ ਕੁਝ ਫੜਿਆ ਆ। ਇਹਨਾਂ ਨੂੰ ਹੁਣ ਲੱਗਦਾ ਆ ਕਰ ਲੈਣ ਪਰਚੇ, ਜਿੰਨੇ 4-4 5-5 ਪਰਚੇ ਸਾਡੇ ਸਾਰਿਆਂ ਦੇ ਕਰਕੇ ਬੈਠੇ। ਨੈਸ਼ਨਲ ਮੀਡੀਆ ਵੀ ਖਾਲਸਾ ਏਡ ਤੇ ਵੀ ਆਰੋਪ ਲਗਾ ਰਹੇ ਸੀਗੇ ਵੀ ਉਹ ਵੀ ਦੇਸ਼ ਵਿਰੋਧੀ ਤਾਕਤਾਂ ਨੇ ਜਾਂ ਖਾਲਿਸਤਾਨ ਨੂੰ ਸਪੋਰਟ ਕਰ ਰਹੇ ਨੇ, ਤੇ ਅੱਜ ਬੱਚੇ ਆਏ ਨੇ ਇਹਨਾਂ ਤੇ ਵੀ ਹੋ ਸਕਦਾ ਏ। ਨੈਸ਼ਨਲ ਮੀਡੀਆ ਵੀ ਇਹੀ ਦਿਖਾ ਰਿਹਾ ਹੈ ਕੁਝ ਹੋਰ ਏ। ਉਹ ਤਾਂ ਦਿਖਾਊਗਾ, ਕਿਉਂਕਿ ਜਿਹੜੇ ਮੋਦੀ ਭਗਤ ਆ, ਜਿਨ੍ਹਾਂ ਨੇ ਮੋਦੀ ਤੋਂ ਪੈਸੇ ਲੈਣੇ ਆ, ਉਹ ਤਾਂ ਮੋਦੀ ਦੀ ਗੱਲ ਕਰਨਗੇ। ਤੁਸੀਂ ਆ ਦੇਖੋ ਵੀ ਆ ਤੁਸੀਂ ਸਾਰੇ ਇੱਥੇ ਆ, ਦੇਖ ਲਓ ਵੀ ਸਾਨੂੰ ਕਿਹੜਾ ਨੈਸ਼ਨਲ ਮਤਲਬ ਦੇਸ਼ ਵਿਰੋਧੀ, ਕਿਹੜੇ ਸਾਨੂੰ ਸਾਡੇ ਚਾਈਨਾ 'ਚੋਂ ਪੈਸੇ ਆ ਰਿਹਾ, ਕਿਹੜੇ ਜਾਂ ਅਸੀਂ ਪਾਕਿਸਤਾਨ ਤੋਂ ਪੈਸੇ ਅਸੀਂ ਕਾਹਦੇ ਲਵਾਂਗੇ? ਕਿਉਂਕਿ ਸਾਡੇ ਕੋਲ ਤਾਂ ਆਪਣੀ ਮਿਹਨਤ ਦਾ ਪੈਸਾ, ਲੋਕ ਦੇਖੋ ਬੱਚੇ ਸਾਨੂੰ ਆਪਣੀਆਂ ਗੋਲਕਾਂ ਲਿਆ ਕੇ ਦੇ ਰਹੇ ਆ, ਬਾਕੀ ਲੋਕ ਸਾਡੇ ਵਿਦੇਸ਼ਾਂ ਦੇ ਵਿੱਚ ਸਾਡੇ ਨੌਜਵਾਨ ਆ। ਅਸੀਂ ਆਪਣੀ ਮਿਹਨਤ ਕਰਕੇ ਉਹਨਾਂ ਨਿਆਣਿਆਂ ਨੂੰ, ਇੱਥੇ ਰੋਜੀ ਰੋਟੀ ਹੈ ਨਹੀਂ ਕਰਕੇ ਵਿਦੇਸ਼ਾਂ 'ਚ ਬੈਠਿਆ। ਜੇ ਰੋਟੀ ਪਾਣੀ ਇੱਥੇ ਚੰਗਾ ਹੋਵੇ, ਕਿਸੇ ਦਾ ਦਿਮਾਗ ਖਰਾਬ ਥੋੜੀ ਆਪਣੇ ਮਤਲਬ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਤੋਰੇ, ਤੇ ਇਸ ਕਰਕੇ ਜਾ ਰਿਹਾ ਵੀ ਇੱਥੇ ਬੱਚਿਆਂ ਦਾ ਭਵਿੱਖ ਨਹੀਂ ਹੈ। ਅੱਜ ਦਾ ਜਿਹੜਾ ਹਾਲਾਤ ਆ ਉਹਦੇ ਕਰਕੇ ਬੱਚੇ ਮਤਲਬ ਇਸ ਕਹਿਣ ਨੂੰ ਆ ਵੀ ਭਾਰਤ ਦੇਸ਼ ਹਮਾਰਾ, ਰਹਿਣ ਨੂੰ ਕੋਈ ਤਿਆਰ ਨਹੀਂ, ਕਹਿਣ ਨੂੰ ਹੀ ਆ ਨਾ। ਇਹ ਮਾੜੀਆਂ ਸਰਕਾਰਾਂ ਦੇ ਕਾਰਨ ਇਹ ਹਾਲਾਤ ਹੋਏ ਨੇ। ਬਿਲਕੁਲ ਮਾੜੀਆਂ ਸਰਕਾਰਾਂ, ਬੇਈਮਾਨ ਸਰਕਾਰਾਂ। ਦੇਖੋ ਸਾਡੀ ਮੱਤ ਆ 1947 ਦੇ ਵਿੱਚ ਬਹੁਤ ਵੱਡੀ ਲੜਾਈ ਲੱਗੀ, ਜਿਹਦੇ ਵਿੱਚ 10 ਲੱਖ ਲੋਕ ਮਾਰੇ ਗਏ,
ਤੇ 2 ਕਰੋੜ ਲੋਕ ਘਰੋਂ ਬੇਕਾਰ ਹੋਏ। ਉਹ ਬਰਾਬਰਤਾ ਦੀ ਲੜਾਈ ਸੀ, ਭਗਤ ਸਿੰਘ ਨਾਲ ਲੜਾਈ ਸੀ, ਸਾਡੇ ਬਾਬੇ ਨਾਨਕ ਦੀ ਲੜਾਈ ਸੀ। ਜਿਹੜੇ ਬਾਬੇ ਨਾਨਕ ਨੇ ਕਿਹਾ ਕਿਰਤ ਕਰੋ ਨਾਮ ਜਪੋ, ਵੱਢ ਕੇ ਛਕੋ ਵਾਲੀ ਗੱਲ ਸੀ। ਪਰ ਇਹਨਾਂ ਬੇਈਮਾਨਾਂ ਨੇ 13 ਮੰਗਾਂ ਤੇ ਸਮਝੌਤਾ ਕਰ ਲਿਆ। ਉਦੋਂ ਵੀ ਜਿਹੜੇ ਭਗਤ ਸਿੰਘ ਉਹਨਾਂ ਨੂੰ ਫਾਂਸੀ ਤੇ ਲਵਾਤਾ ਤੇ ਇਹ 13 ਮੰਗਾਂ ਤੇ ਸਮਝੌਤਾ ਕਰਕੇ ਤੇ ਅੱਜ ਉਦੋਂ ਤੋਂ ਲਾ ਕੇ 1973 ਸਾਲ ਹੋ ਗਏ, 1947 ਤੋਂ ਲਾ ਕੇ ਅੱਜ ਤੇ ਜਿੰਨੀਆਂ ਸਰਕਾਰਾਂ ਆਈਆਂ ਸਾਰੀਆਂ ਨੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਤੇ ਹੌਲੀ ਹੌਲੀ ਸਾਡਾ ਆਹ ਹਾਲ ਅੱਜ ਆ ਗਿਆ ਤੇ ਸਾਡੀਆਂ ਜ਼ਮੀਨਾਂ ਜਿਹੜੀਆਂ ਖੋਹੀਆਂ ਜਾ ਰਹੀਆਂ। ਸਾਡੇ ਸਾਰਾ ਕਰਕੇ 29 ਦਾ 29 ਮਹਿਕਮੇ ਖੋਲ੍ਹਿਆ, ਉਹਨਾਂ ਦੇ ਵਿੱਚ ਭਰਤੀ ਬੰਦ ਕਰਤੀ। ਮੈਂ ਤਾਂ ਇਹ ਵੀ ਕਹਿੰਦਾ, ਮੇਰੀ ਸਮਝ ਇਹ ਵੀ ਆ ਵੀ ਸਰਕਾਰ ਜੇ ਮਤਲਬ ਸਾਰੇ ਬੱਚੇ ਠੇਕੇ ਦੇ ਭਰਤੀ ਕਰਨੇ ਆ, ਸਰਕਾਰ ਵੀ ਠੇਕੇ ਦੇ ਭਰਤੀ ਕਰਨੀ ਚਾਹੀਦੀ ਆ। ਇਹਨਾਂ ਨੂੰ ਲੋਕਤੰਤਰ ਲੋਕਾਂ ਦੇ ਰਾਜੇ ਹੋਣ ਦਾ ਕੋਈ ਹੱਕ ਨਹੀਂ, ਕਿਉਂਕਿ ਠੇਕੇ ਤੇ ਭਰਤੀ ਹੋਵੇ। ਠੇਕੇ ਦੇ ਲੋਕ ਜਿਹੜੇ ਆ ਸਾਨੂੰ ਪਤਾ ਲੱਗ ਜਵੇ ਵੀ ਕਾਰਪੋਰੇਟਾਂ ਦੇ ਬੰਦੇ ਹੁਣ ਸਾਤੋਂ ਪਛਾਣ ਨਹੀਂ ਹੁੰਦੇ। ਜਦੋਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਚੱਲੀ ਉਦੋਂ ਉਹ ਲੜਾਈ ਲੜਨੀ ਸਾਡੇ ਸੌਖੀ ਸੀ। ਸੌਖੀ ਇਸ ਕਰਕੇ ਸੀ ਵੀ ਸਾਤੋਂ ਪਛਾਣ ਹੋ ਜਾਂਦੇ, ਗੋਰੇ ਦਾ ਕਾਲੇ ਦਾ ਰੰਗ ਦਾ ਫਰਕ ਸੀ। ਹੁਣ ਸਾਡੇ ਕੋਲ ਕਾਲੇ ਵਿੱਚ ਬੈਠੇ ਆ ਕੇ ਪਛਾਣ ਨਹੀਂ ਹੁੰਦੇ, ਇਸ ਕਰਕੇ ਲੜਾਈ ਥੋੜੀ ਜਿਹੀ ਔਖੀ ਆ। ਤਾਂ ਭਗਤ ਸਿੰਘ ਨੂੰ ਪੜ੍ਹਨਾ ਪੈਣਾ, ਬਾਬੇ ਨਾਨਕ ਨੂੰ ਪੜ੍ਹਨਾ ਪੈਣਾ, ਸਾਡੇ ਗਦਰੀਆਂ ਨੂੰ ਪੜ੍ਹਨਾ ਪੈਣਾ, ਸਰਾਭੇ ਨੂੰ ਪੜ੍ਹਨਾ ਪੈਣਾ। ਇਸ ਕਰਕੇ ਜਦ ਅਸੀਂ ਉਹਨਾਂ ਨੂੰ ਪੜਾਂਗੇ ਸਾਨੂੰ ਗੱਲ ਸਾਫ਼ ਆ ਜਾਣੀ, ਸਾਡੇ ਮਿੱਤਰ ਕੌਣ ਹੈ, ਸਾਡੇ ਦੁਸ਼ਮਣ ਕੌਣ ਆ। ਅੱਜ ਵੀ ਲੱਗਦਾ ਇਹ ਬੱਚਿਆਂ 'ਚ ਜਿਹੜੇ ਇਦਾਂ ਦੀ ਫੰਡਿੰਗ ਕਰ ਰਹੇ ਨੇ ਇਹੋ ਜਿਹੇ ਸੰਘਰਸ਼ਾਂ 'ਚ ਇਹ ਸਰਾਬੇ ਦੇ ਵਾਰਸ ਨੇ, ਭਗਤ ਸਿੰਘ ਬਿਲਕੁਲ ਸਰਾਭੇ ਦੇ ਵਾਰਸ ਆ, ਬਾਬੇ ਨਾਨਕ ਦੇ ਵਾਰਸ ਆ, ਸਾਹਿਬਜ਼ਾਦਿਆਂ ਦੇ ਵਾਰਸ ਆ, ਜਿਹੜੇ ਆਪਣੀਆਂ ਗੋਲਕਾਂ ਦੇ ਵਿੱਚੋਂ ਬਾਬੇ ਨਾਨਕ ਦੀ ਉਹ ਗੱਲ ਨੂੰ ਸਹੀ ਸਾਬਤ ਕਰ ਰਹੇ ਆ ਵੀ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਅੱਜ ਇਹ ਨਿਆਣੇ ਦੇਖੋ, ਨਹੀਂ ਤਾਂ ਨਿਆਣਾ ਅੱਜ ਤੁਸੀਂ ਦੇਖੋ ਵੀ ਆਪਾਂ ਘਰਾਂ ਦੇ ਵਿੱਚ ਸਾਰੇ ਬੱਚੇ ਵਾਲੇ ਆ, ਨਿਆਣਾ ਜਿਹੜਾ ਉਹਦੇ ਗੋਲਕ ਦੇ ਵਿੱਚ ਪੈਸਾ ਹੋਰ ਤਾਂ ਲੈ ਕੇ ਪਾ ਦੂ, ਉਹਨੂੰ ਕੱਢੂਗਾ ਨਹੀਂ। ਅੱਜ ਨਿਆਣੇ ਇੱਥੇ ਇਹ ਸ਼ਿੰਗਾਰ ਦੇ ਵਿੱਚ ਆਪਣੀਆਂ ਗੋਲਕਾਂ ਲੈ ਕੇ ਆ ਰਹੇ ਆ। ਇਸ ਕਰਕੇ ਇਦੋਂ ਵੱਡੀ ਜਿੱਤ ਕੀ ਹੋ ਜੂ, ਇਹ ਸਾਡੇ ਲਈ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਤੁਹਾਡੇ ਸਾਰਿਆਂ ਲਈ ਆਪਾਂ ਮਤਲਬ ਸਾਰੇ ਇਹਦੇ ਵਿੱਚ ਹੱਲਾ ਮਾਰੀਏ ਔਰ ਜਿੱਤ ਜਿਹੜੀ ਯਕੀਨੀ ਲੋਕਾਂ ਦੀ ਹੋਣੀ ਆ। ਲੋਕ ਜਿੱਤੇ ਹਮੇਸ਼ਾ, ਜਿਹੜੇ ਲੋਕ ਤਾਕਤ ਜਿਹੜੀ ਵੱਡੀ ਆ, ਇਹ ਜਿਹੜੀ ਤਾਕਤ ਆ ਛੋਟੀ, ਲੋਕ ਜਿੱਤਦੇ ਆ, ਸਰਕਾਰਾਂ ਹਾਰਦੀਆਂ ਪਰ ਲੋਕ ਲੜਨ ਵਾਲੇ ਹੋਣ। ਅੱਜ ਲੜਨ ਵਾਲੇ ਲੋਕ ਜਿਹੜੇ ਆ ਸਾਡੀਆਂ ਜਥੇਬੰਦੀਆਂ ਦੀ ਅਗਵਾਈ ਕਰ ਰਹੀਆਂ, ਜਿਹੜੀਆਂ ਲਗਾਤਾਰ ਪਿਛਲੇ ਮਤਲਬ 40 45 ਸਾਲ ਤੋਂ ਸਾਡੇ ਲੀਡਰ, ਜਿਨ੍ਹਾਂ ਦੇ ਮਤਲਬ ਕੋਈ ਪੰਜਾਬ ਦਾ ਥਾਣਾ ਇਦਾਂ ਦਾ ਬਚਿਆ ਨਹੀਂ ਜਿੱਥੇ ਉਹਨਾਂ ਦੇ ਨਹੀਂ ਪਰਚੇ ਹੈ। 18 ਸਾਡੇ ਸੂਬਾ ਪ੍ਰਧਾਨ ਨੂੰ 18 ਸਾਲ ਦੀ ਉਮਰ 'ਚ ਫੜ ਕੇ ਜੇਲ੍ਹ ਸਿੱਟਿਆ, 62 ਮਹੀਨੇ ਐਮਰਜੈਂਸੀ ਦੇ ਵਿੱਚ ਉਹ ਜੇਲ੍ਹ ਕੱਟ ਕੇ ਆਏ ਆ। ਉਹ ਕਿਵੇਂ ਲੋਕ ਭੁੱਲ ਜਾਣਗੇ? ਲੋਕਡਾਊਨ ਦੇ ਵਿੱਚ ਉਹਨੂੰ 32 ਦਿਨ ਜੇਲ੍ਹ ਭੁਗਤਣੀ ਪਈ ਜੀ। ਇਸ ਕਰਕੇ ਹੈਗਾ ਵੀ ਸਾਰੇ ਸਾਡੇ ਆਗੂ ਪਰਖੇ ਆ। ਕੁਝ ਬੰਦੇ ਕਹਿੰਦੇ ਆ ਵੀ ਲੀਡਰਸ਼ਿਪ ਨੇ ਵਿਕ ਜਾਣਾ, ਪਰ ਸਾਡੀ ਜਿਹੜੀ ਲੀਡਰਸ਼ਿਪ ਆ ਸਿਆਣੀ ਆ, ਵਿਕਣ ਵਾਲੀ ਨਹੀਂ ਹੈ ਔਰ ਮਰਤਾ ਜਾਊਗੀ, ਝੁਕਣ ਵਾਲੀ ਨਹੀਂ ਹੈ। ਜੀ ਧੰਨਵਾਦ।